Shivani here again with my another video today. I know it's been a while, I haven't posted any video because I have been just super busy with my work and stuff. But yeah, today's video, I will be actually replying to your emails. Remember in one of the video, I have given my email address so that if anyone have any questions or any queries regarding buying the petrol station business, they can email me. They can ask any question if they have in their mind. So first of all, I would like to say thank you so much everyone out there ਜਿਨ੍ਹਾਂ ਨੇ ਮੇਰਾ ਵੀਡੀਓ ਵੇਖਿਆ, ਜਿਨ੍ਹਾਂ ਨੇ ਲਾਈਕ ਕੀਤਾ, ਸਬਸਕ੍ਰਾਈਬ ਕੀਤਾ ਐਂਡ ਜਿਨ੍ਹਾਂ ਨੇ ਸਪੈਸ਼ਲ ਟਾਈਮ ਕੱਢਿਆ ਐਂਡ ਉਹਨਾਂ ਨੇ ਮੈਨੂੰ ਈਮੇਲ ਕੀਤੀ। ਸੋ ਥੈਂਕ ਯੂ ਸੋ ਮਚ ਐਵਰੀਵਨ ਜਿਨ੍ਹਾਂ ਨੇ ਮੈਨੂੰ ਈਮੇਲਸ ਕੀਤੀਆਂ ਨੇ। ਬਟ ਐਜ਼ ਆਈ ਸੈਡ, ਮੈਂ ਬਹੁਤ ਲਾਸਟ ਫਿਊ ਮੰਥਸ ਤੋਂ ਕਾਫੀ ਜ਼ਿਆਦਾ ਬਿਜ਼ੀ ਸੀਗੀ, ਜਿਹਦੇ ਕਰਕੇ ਮੈਂ ਕਈਆਂ ਨੂੰ ਈਮੇਲ ਦਾ ਜਵਾਬ ਨਹੀਂ ਦੇ ਪਾਈ। ਸੋ ਮੈਂ ਸੋਚਿਆ ਕਿ ਕਿਉਂ ਨਾ ਇੱਕ ਵੀਡੀਓ ਬਣਾ ਦੇਵਾਂ ਜਿਹਦੇ ਵਿੱਚ ਮਤਲਬ ਕਲੈਕਟਿਵਲੀ ਇੱਕ ਮੈਂ ਕੁਐਸਚਨ ਜਿਹੜੇ ਲਿਖ ਲਏ ਨੇ, ਜਿਹੜੇ ਕਿ ਕਾਫੀ ਜ਼ਿਆਦਾ ਮੈਨੂੰ ਸੇਮ ਕੁਐਸਚਨਸ ਆ ਰਹੇ ਸੀ। ਸੋ ਆਈ ਥੋਟ ਕਿ ਹਰ ਇੱਕ ਨੂੰ ਸੈਪਰੇਟ ਈਮੇਲ ਕਰਨ ਦੀ ਬਜਾਏ ਕਿਉਂ ਨਾ ਮੈਂ ਇੱਕ ਵੀਡੀਓ ਬਣਾ ਦੇਵਾਂ ਜਿਹਦੇ ਵਿੱਚ ਕਿ ਉਹ ਜਿਹੜੇ ਕਾਫੀ ਜ਼ਿਆਦਾ ਕਾਮਨ ਕੁਐਸਚਨਸ ਜਿਹੜੇ ਆ ਰਹੇ ਸੀਗੇ ਉਹਨਾਂ ਦਾ ਮੈਂ ਤੁਹਾਨੂੰ ਜਵਾਬ ਦੇ ਸਕਾਂ। ਅਤੇ ਹਾਂਜੀ, ਫਸਟ ਕੁਐਸਚਨ ਜਿਹੜਾ ਸੀਗਾ, ਸੌਰੀ ਮੈਂ ਐਕਚੁਅਲੀ ਮੈਨੂੰ ਇੱਥੋਂ ਪੜ੍ਹਨਾ ਪੈਣਾ ਬਿਫੋਰ ਕਿ ਮੈਂ ਸਕਿਪ ਕਰ ਜਾਵਾਂ ਕੋਈ ਵੀ ਪੁਆਇੰਟ ਜਿਹੜਾ ਕਿ ਮੈਂ ਨਹੀਂ ਚਾਹੁੰਦੀ ਕਿ ਮੈਂ ਸਕਿਪ ਕਰਾਂ। ਓਕੇ, ਫਸਟ ਆਫ ਆਲ ਜਿਹੜਾ ਮੈਨੂੰ ਕੁਐਸਚਨ ਆਇਆ ਸੀਗਾ ਕਿ ਆਰ ਯੂ ਐਨ ਏਜੰਟ ਹੂ ਵਿਲ ਹੈਲਪ ਇਨ ਫਾਈਂਡਿੰਗ ਦ ਬਿਜ਼ਨਸ। ਕਿਸੇ ਨੇ ਪੁੱਛਿਆ ਕਿ ਮੈਂ ਕੋਈ ਏਜੰਟ ਹਾਂ ਜਿਹੜਾ ਕਿ ਤੁਹਾਨੂੰ ਹੈਲਪ ਕਰ ਸਕਦੀ ਹਾਂ ਬਿਜ਼ਨਸ ਬਾਏ ਕਰਨ ਵਿੱਚ। ਨੋ, ਨਾਟ ਐਟ ਆਲ। ਮੈਂ ਕੋਈ ਬਿਜ਼ਨਸ ਬ੍ਰੋਕਰ ਨਹੀਂ ਹੈਗੀ। ਮੈਂ ਕੋਈ ਇਹ ਬਿਜ਼ਨਸ ਨਹੀਂ ਕਰਦੀ ਕਿ ਮੈਂ ਤੁਹਾਨੂੰ ਸਾਈਟਸ ਲੈ ਕੇ ਦੇਵਾਂ। ਮੈਂ ਸਿਰਫ ਮੇਰਾ ਇਹ ਸ਼ੌਂਕ ਹੈ ਕਿ ਮੈਂ ਮਤਲਬ ਤੁਹਾਡੀ ਹੈਲਪ ਕਰ ਸਕਾਂ, ਜਾਂ ਇੱਕ ਬਸ YouTube ਚੈਨਲ ਕ੍ਰੀਏਟ ਕਰਨ ਦਾ ਇੱਕ ਸ਼ੌਂਕ ਸੀਗਾ ਜਿਹੜਾ ਆਈ ਨੋ ਕਾਫੀ ਲੋਕਾਂ ਨੂੰ ਹੁੰਦਾ, ਮੈਨੂੰ ਵੀ ਸੀਗਾ। ਅਤੇ ਆਈ ਜਸਟ ਮੇਡ this YouTube ਚੈਨਲ। ਅਤੇ ਮੈਨੂੰ ਲੱਗਿਆ ਕਿ ਕਿਉਂ ਨਾ ਸਮਥਿੰਗ ਇਨਫੋਰਮੇਟਿਵ ਹੋਣਾ ਚਾਹੀਦਾ ਵਾ ਤਾਂ ਕਿ ਲੋਕੀ ਇੰਜੋਏ ਕਰਨ, ਅਤੇ ਜੇ ਮੈਂ ਕੋਈ ਹੈਲਪ ਕਰ ਸਕਦੀ ਹੋਵਾਂ ਅਤੇ ਵਾਈ ਨਾਟ। ਸੋ ਦੈਟਸ ਵਾਈ ਮੈਂ ਆਪਣੀ ਈਮੇਲ ਦਿੱਤੀ ਸੀ। ਦੈਟਸ ਵਾਈ ਮੈਂ ਵੀਡੀਓ ਵੀ ਬਣਾਏ ਆ ਕਿ ਤੁਹਾਡੀ ਹੈਲਪ ਕਰ ਸਕਾਂ। nothing else than this. Okay, question 1 ਇਹ ਬਹੁਤ ਈਮੇਲਸ ਆਇਆ। ਸੋ ਸੈਕਿੰਡ ਕੁਐਸਚਨ ਕੀ ਸੀਗਾ ਕਿ do I have any contact in other states? ਬਿਕੋਜ਼ ਮੈਂ ਵਿਕਟੋਰੀਆ ਵਿੱਚ ਰਹਿੰਦੀ ਪਈ ਹਾਂ, ਮੈਂ ਮੈਲਬਨ 'ਚ ਰਹਿੰਦੀ ਹਾਂ। ਅਤੇ ਕਾਫੀ ਜਾਣਿਆਂ ਨੇ ਮੈਨੂੰ ਪੁੱਛਿਆ ਕਿ ਤੁਹਾਡੇ ਕੰਟੈਕਟ ਆਲ ਓਵਰ ਆਸਟ੍ਰੇਲੀਆ ਹੈ ਕਿ ਜੇ ਤੁਸੀਂ ਉੱਥੇ ਸਾਈਟ ਸਾਨੂੰ ਮਤਲਬ ਲੱਭਣ 'ਚ ਹੈਲਪ ਕਰ ਸਕਦੇ ਹੋ ਜਾਂ ਤੁਸੀਂ ਸਾਈਟ ਦਿਲਵਾ ਸਕਦੇ ਹੋ। ਨਹੀਂ, ਮੇਰਾ ਕਿਤੇ ਕੰਟੈਕਟ ਨਹੀਂ ਹੈਗਾ। ਬਟ ਮੇਰੀ ਜਿਹੜੀ ਨੌਲੇਜ ਹੈ, ਮੇਰੀ ਜਿਹੜੀ ਜੋ ਮੇਰੀ ਅੱਜ ਤੱਕ ਰਿਸਰਚ ਹੈ ਜਾਂ ਮੇਰਾ ਐਕਸਪੀਰੀਅੰਸ ਤੋਂ ਮੈਂ ਕਾਫੀ ਜਾਣਿਆਂ ਨੂੰ ਰਿਪਲਾਈ ਕੀਤਾ ਉਹਨਾਂ ਦੀ ਹੈਲਪ ਕਰਨ ਵਾਸਤੇ। ਉਹਨਾਂ ਨੂੰ ਦੱਸਿਆ ਕਿ ਤੁਸੀਂ ਕਿੰਨਾਂ ਨੂੰ ਕੰਟੈਕਟ ਕਰ ਸਕਦੇ ਹੋ, ਅਤੇ ਆਈ ਹੋਪ ਕਿ ਉਹਨਾਂ ਨੂੰ ਹੈਲਪ ਜ਼ਰੂਰ ਹੋਈ ਹੋਏਗੀ। ਸੋ ਇਹ ਸੀਗਾ ਸੈਕਿੰਡ। ਅੱਗੇ ਥਰਡ ਕੁਐਸਚਨ ਜਿਹੜਾ ਕਾਫੀ ਕਾਮਨ ਆਇਆ ਕਿ ਫਰੈਂਚਾਈਜ਼ੀ ਮਾਡਲ ਔਰ ਕਮਿਸ਼ਨ ਏਜੰਟ ਟੂ ਸਟਾਰਟ ਵਿਦ। ਸੋ ਮੈਂ ਕੀ ਰੈਕਮੈਂਡ ਕਰਦੀ ਹਾਂ ਕਿ ਫਰੈਂਚਾਈਜ਼ੀ ਬਿਜ਼ਨਸ ਤੁਹਾਨੂੰ ਲੈਣਾ ਚਾਹੀਦਾ ਹੈ ਜਾਂ ਕਮਿਸ਼ਨ ਏਜੰਟ। ਓਕੇ, ਮੇਰੇ ਅਕੋਰਡਿੰਗ ਜੇ ਤੁਸੀਂ ਸਟਾਰਟਿੰਗ ਕਰਨ ਲੱਗੇ ਹੋ, ਮਤਲਬ ਜੇ ਤੁਸੀਂ ਐਜ਼ ਬਿਜ਼ਨਸ 'ਚ ਆ ਰਹੇ ਹੋ, ਸੋ ਆਈ ਵੁੱਡ ਰੈਕਮੈਂਡ ਕਿ ਤੁਸੀਂ ਕਮਿਸ਼ਨ ਏਜੰਟ ਵੱਲ ਜਾਓ। ਉਹ ਕਿਉਂਕਿ ਇੱਕ ਤਾਂ ਉਹਦੇ ਵਿੱਚ ਤੁਹਾਡੀ ਇਨਵੈਸਟਮੈਂਟ ਬਹੁਤ ਘੱਟ ਹੈ, ਮਤਲਬ 1.5 ਲੱਖ ਤੋਂ 2 ਜਾਂ 2.5 ਲੱਖ ਡਿਪੈਂਡ ਕਿ ਸਾਈਟ ਕਿੱਡੀ ਵੱਡੀ ਹੈ ਜਾਂ ਕਿੱਥੇ ਹੈ। ਮਤਲਬ ਮਿਨੀਮਮ ਤੁਸੀਂ ਕਹਿ ਲਓ ਕਿ ਤੁਹਾਨੂੰ 1.5 ਲੱਖ ਦੇ ਵਿੱਚ ਤੁਸੀਂ ਸਾਈਟ ਆਪਣੀ ਲੈ ਸਕਦੇ ਹੋ। ਅਤੇ ਜੇ ਤੁਸੀਂ ਆਪਣਾ ਬਿਜ਼ਨਸ ਲੈ ਲਿਆ ਅਤੇ like you're gonna be earning really good out of that। ਤਾਂ ਇਹਦੇ ਵਿੱਚ ਹੈਡੇਕ ਵੀ ਘੱਟ ਆ, ਸਾਰਾ ਕੁਛ ਤੁਹਾਡੀ ਜਿਹੜੀ ਕੰਪਨੀ ਆ ਉਹਨੇ ਮੈਨੇਜ ਕਰਨਾ, ਤੁਸੀਂ ਸਿਰਫ ਕਿ ਸਟਾਫ ਨੂੰ ਮੈਨੇਜ ਕਰਨਾ ਐਵਰੀਥਿੰਗ, ਐਂਡ ਇਨਵੈਸਟਮੈਂਟ ਇਜ਼ ਵੈਰੀ ਲੋ। ਅਤੇ ਤੁਹਾਨੂੰ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਉਹਦੇ ਵਿੱਚ। ਅਤੇ ਮੈਂ ਵੈਸੇ ਪਰਸਨਲੀ ਹਰ ਇੱਕ ਨੂੰ ਇਹੀ ਰੈਕਮੈਂਡ ਕਰਦੀ ਹਾਂ ਕਿ ਤੁਸੀਂ ਪਹਿਲਾਂ ਐਜ਼ ਅ ਕਮਿਸ਼ਨ ਏਜੰਟ ਸਟਾਰਟ ਕਰੋ। once you have the business ਉਹਦੀਆਂ ਸਾਰੀਆਂ ਤੁਹਾਨੂੰ ਪ੍ਰੋਜ਼ ਐਂਡ ਕੌਨਸ ਤੁਹਾਨੂੰ ਸਾਰਾ ਉਹਦਾ ਕਹਿ ਲਓ ਕਿ ਉਹਦਾ ਅੰਦਰਲਾ ਭੇਦ ਤੁਹਾਨੂੰ ਆ ਜਾਂਦਾ ਹੈ,
then you should go for the bigger game. It's better to take baby steps, so I would say. So baby steps ਲਓਗੇ ਉਹਦੇ ਨਾਲ ਤੁਸੀਂ experience ਵੀ ਆਏਗਾ ਤੁਹਾਨੂੰ ਤੇ you can play big later on. So ਮੈਂ ਇਹ recommend ਕਰੂੰਗੀ ਕਿ ਪਹਿਲਾਂ ਤੁਸੀਂ commission agent ਵਾਲੀ ਜਾਓ. Okay. That was I'm sorry but ਮੈਨੂੰ ਥੋੜਾ ਹਾਸਾ ਆ ਗਿਆ ਸੀ. ਇਹ ਹੈਗਾ ਕਿ ਮੈਂ ਮਤਲਬ ਤੁਹਾਡੀ ਮੈਂ ਜੋ ਕਿਹਾ ਸੀਗਾ ਕਿ I will help you guys. ਸੋ ਮੈਨੂੰ ਇੱਕ ਕੁਐਸਚਨ ਆਇਆ ਹੈ ਕਿ ਮੈਂ ਫਰੈਂਡਲੀ ਸਪੋਰਟ ਕਰ ਰਹੀ ਹਾਂ ਜਾਂ ਪ੍ਰੋਫੈਸ਼ਨਲ ਜਾਂ ਮੈਂ ਈਵਨ ਕਿ ਮਨੀ ਵਾਈਜ਼ ਵੀ ਹੈਲਪ ਕਰੂੰਗੀ. ਨੋ, ਇਹ ਸਿਰਫ ਇੱਕ ਕਹਿ ਲਓ ਕਿ ਫਰੈਂਡਲੀ ਸਪੋਰਟ ਹੈ, ਮਨੀ ਵਾਈਜ਼ ਵੀ ਨਹੀਂ. ਮੈਂ not a business broker or not anyone who can even help you in the loans and stuff. So no. ਇਹ ਸਿਰਫ ਕਿ ਇੱਕ ਫਰੈਂਡਲੀ ਸਪੋਰਟ ਆ ਕਿ ਜੇ ਤੁਹਾਨੂੰ ਕੋਈ ਕੁਐਸਚਨ ਆ ਯੂ ਕੈਨ ਆਸਕ ਮੀ. ਓਕੇ, ਨੈਕਸਟ ਕੁਐਸਚਨ ਜਿਹੜਾ ਮੈਨੂੰ ਬਹੁਤ ਜ਼ਿਆਦਾ ਬਹੁਤ ਜ਼ਿਆਦੀਆਂ ਈਮੇਲਸ ਆਈਆਂ ਅਤੇ ਇਹ ਕੁਐਸਚਨ ਹੈਗਾ ਹੈ ਕਿ ਕੈਨ ਵੀ ਓਪਨ ਬਿਜ਼ਨਸ ਫਰੋਮ ਓਵਰਸੀਜ਼. ਮੈਨੂੰ ਇੰਡੀਆ ਤੋਂ ਬਹੁਤ ਈਮੇਲਸ ਆਈਆਂ, ਈਵਨ ਕਿ ਪਾਕਿਸਤਾਨ ਤੋਂ ਬਹੁਤ ਜ਼ਿਆਦੀਆਂ ਈਮੇਲਸ ਆਈਆਂ. ਸੋ ਫਸਟ ਆਫ ਆਲ ਆਈ ਵੁਡ ਲਾਈਕ ਟੂ ਸੇ ਥੈਂਕ ਯੂ ਫਰੋਮ ਜਿਨ੍ਹਾਂ ਨੇ ਵੀ ਮੇਰੇ ਇਸ ਵੀਡੀਓ ਨੂੰ ਇੰਡੀਆ ਤੋਂ ਵਿਊ ਕੀਤਾ, ਪਾਕਿਸਤਾਨ ਤੋਂ ਵਿਊ ਕੀਤਾ ਅਤੇ ਟਾਈਮ ਦਿੱਤਾ ਤਾਂ ਕਿ ਤੁਸੀਂ ਮੈਨੂੰ ਈਮੇਲ ਕਰ ਸਕੋ. ਥੈਂਕ ਯੂ ਸੋ ਮਚ ਉਹਨਾਂ ਸਾਰਿਆਂ ਨੂੰ. ਸੋ ਮੇਰੀ ਪਰਸਨਲ ਓਪੀਨੀਅਨ ਇਹ ਹੈ ਕਿ ਤੁਸੀਂ ਓਵਰਸੀਜ਼ ਤੋਂ ਬਿਜ਼ਨਸ ਨਾ ਕਰੋ. ਮਤਲਬ ਤੁਸੀਂ ਫਿਜ਼ੀਬਲ ਨਹੀਂ ਗਾ, ਮਤਲਬ ਯੂ ਹੈਵ ਟੂ ਬੀ ਹੀਅਰ ਇਨ ਦ ਕੰਟਰੀ. ਜੇ ਤੁਸੀਂ ਫਸਟ ਤੁਸੀਂ ਵਰਕਆਊਟ ਕਰੋ ਕਿ ਤੁਸੀਂ ਆਸਟ੍ਰੇਲੀਆ ਕਿਸ ਤਰੀਕੇ ਨਾਲ ਹੈ. ਸੋ ਵਨਸ ਯੂ ਆਰ ਹੀਅਰ, ਤੁਸੀਂ ਇੱਥੇ ਆ ਗਏ ਹੋ, ਫਿਰ ਤੁਸੀਂ ਜੇ ਆਪਣੀ ਸਰਚ ਕਰਨਾ ਚਾਹੁੰਦੇ ਹੋ ਬਿਜ਼ਨਸ ਬਾਰੇ, ਗੋ ਫॉर ਇਟ. ਐਂਡ ਉਹ ਤਾਂ ਕਰਕੇ ਕਿਉਂਕਿ ਜੇ ਤੁਸੀਂ ਆਸਟ੍ਰੇਲੀਆ ਦੇ ਵਿੱਚ ਹੋ, ਇੱਥੇ ਬਿਜ਼ਨਸ ਲੱਭ ਰਹੇ ਹੋ, ਤੁਸੀਂ ਸਾਈਟ ਵਿਜ਼ਿਟ ਕਰ ਸਕਦੇ ਹੋ, ਤੁਸੀਂ ਉੱਥੇ ਜਾ ਸਕਦੇ, ਤੁਸੀਂ ਦੇਖ ਸਕਦੇ ਹੋ ਕਿ ਵਾਕਈ ਜੋ ਮੈਨੂੰ ਫਿਗਰਸ ਦਿਖਾਏ ਗਏ ਆ, ਮਤਲਬ ਥੋੜ੍ਹਾ ਆਈਡੀਆ ਲੈਣ ਵਾਸਤੇ ਤੁਸੀਂ ਉਹ ਸਾਈਟ 'ਤੇ ਜਾਓ ਐਂਡ ਆਲ ਦੈਟ ਸਟੱਫ. ਇਹ ਸਭ ਕੁਛ ਤੁਸੀਂ ਜੇ ਤੁਸੀਂ ਓਵਰਸੀਜ਼ ਹੋ ਤੁਸੀਂ ਉੱਥੇ ਨਹੀਂ ਕਰ ਸਕਦੇ. ਯੂ ਨੈਵਰ ਨੋ ਜਿਹਨੂੰ ਤੁਸੀਂ ਕੋਂਟੈਕਟ ਕਰ ਰਹੇ ਹੋ, ਜਿਹੜਾ ਬੰਦਾ ਵਿਚਕਾਰ ਤੁਹਾਨੂੰ ਸਾਈਟ ਦਵਾ ਰਿਹਾ ਹੈ, ਉਹ ਮਤਲਬ ਤੁਹਾਡੇ ਨਾਲ ਫਰੋਡ ਤਾਂ ਨਹੀਂ ਕਰ ਰਿਹਾ. ਬਟ ਤੁਸੀਂ ਇੱਕ ਵਾਰੀ ਆਸਟ੍ਰੇਲੀਆ 'ਚੋਂ ਬੰਦਾ ਖੁਦ ਆਪਣੀ ਵੀ ਮਤਲਬ ਸੈਟਿਸਫੈਕਸ਼ਨ ਲਈ ਆਪਣੀ ਇਨਵੈਸਟੀਗੇਸ਼ਨ ਕਹਿ ਲਓ ਕਿ ਤੁਸੀਂ ਕਰ ਸਕਦੇ ਹੋ. ਸੋ ਬੈਟਰ ਹੈ ਫਸਟ ਆਫ ਆਲ ਆਸਟ੍ਰੇਲੀਆ ਜਾਓ ਐਂਡ ਦੈਨ ਯੂ ਕੈਨ look for the business if you are interested in that. Okay, sorry. So yeah, next question बहुत common है भी आया. Can we get a manager who can work for us so we don't have to work at the site? Okay, Vijay, ਤੁਸੀਂ I know you can understand English but still for some people ਮੈਂ ਪੰਜਾਬੀ 'ਚ ਵੀ ਨਾਲ ਬੋਲ ਰਹੀ ਪਈ ਹਾਂ ਜੇ ਉਹਨਾਂ ਨੂੰ ਨਹੀਂ ਕਲੀਅਰ, ਕਿ ਤੁਸੀਂ ਮੈਨੇਜਰ ਰੱਖ ਲਵੋ ਅਤੇ ਤੁਸੀਂ ਸਟਿਲ ਸਾਈਟ ਰਨ ਕਰੋ. ਵੈਲ ਜੇ ਤੁਹਾਡੇ ਕੋਲ ਫ੍ਰੀ ਵੇ ਸਾਈਟ ਆ, ਇਟਸ ਅ ਫਰੈਂਚਾਈਜ਼ੀ, ਤੁਸੀਂ ਬਹੁਤ ਜ਼ਿਆਦਾ ਅਰਨ ਕਰ ਰਹੇ ਹੋ, ਯੂ ਕੈਨ ਡੂ ਇਟ. ਬਟ ਜੇ ਤੁਸੀਂ ਪੈਸੇ ਬਚਾਉਣਾ ਚਾਹੁੰਦੇ ਹੋ, ਮਤਲਬ ਓਬਵੀਅਸਲੀ ਜੇ ਤੁਸੀਂ ਮੈਨੇਜਰ ਰੱਖੋਗੇ ਤੁਹਾਨੂੰ ਉਹਦਾ ਇੱਕ ਪ੍ਰੋਪਰ ਪੈਕੇਜ ਰੱਖਣਾ ਹੋਏਗਾ, ਪਲੱਸ ਉਹ ਪੈਕੇਜ ਵੱਖਰਾ, ਫਿਰ ਦੈਨ ਤੁਹਾਡੇ ਜਿਹੜਾ ਸਟਾਫ ਆ, ਟੀਮ ਮੈਂਬਰ ਬਾਕੀ ਨੇ, ਤੁਸੀਂ ਉਹਨਾਂ ਨੂੰ ਵੇਜਿਸ ਦਿਓਗੇ ਅਤੇ ਫਿਰ ਓਬਵੀਅਸਲੀ ਤੁਹਾਨੂੰ ਵੇਜਿਸ 'ਚ ਕਾਫੀ ਤੋਂ ਤੁਹਾਡਾ ਕਹਿ ਲਓ ਕਿ ਐਕਸਪੈਂਸਿਸ ਜ਼ਿਆਦਾ ਹੋ ਜਾਣਗੇ ਅਤੇ ਤੁਹਾਨੂੰ ਜਿਹੜੇ ਪੈਸੇ ਉਹ ਘੱਟ ਬਚਣਗੇ. ਸੋ ਆਈ ਵੁੱਡ ਸੇ ਕਿ ਜੇ ਤੁਹਾਡੀ ਸਮੋਲ ਸਾਈਟ ਆ, ਜੇ ਤੁਹਾਡਾ ਮਤਲਬ ਵੀ ਇੰਟਰਸਟ ਵੀ ਹੋਣਾ ਚਾਹੀਦਾ ਬਿਜ਼ਨਸ ਰਨ ਕਰਨ ਵਾਸਤੇ, ਜੇ ਆਈ ਵੁੱਡ ਰੈਕਮੈਂਡ ਕਿ ਮੈਨੇਜਰ ਨਹੀਂ ਰੱਖੋ. ਮੈਨੇਜਰ ਉਦੋਂ ਰੱਖੋ ਜਦੋਂ ਕਹਿ ਲਓ ਕਿ ਤੁਹਾਡੀਆਂ 2-3 ਸਾਈਟਾਂ ਚੱਲ ਰਹੀਆਂ ਵਾ ਅਤੇ ਤੁਹਾਨੂੰ ਮਤਲਬ ਤੁਸੀਂ ਹਰ ਜਗ੍ਹਾ 'ਤੇ ਕੰਮ ਨਹੀਂ ਕਰ ਸਕਦੇ, ਫਿਰ ਤੁਸੀਂ ਇਹ ਵੇਖੋ ਕਿ ਤੁਸੀਂ ਮੈਨੇਜਰ ਰੱਖ ਸਕਦੇ ਹੋ. ਓਬਵੀਅਸਲੀ ਦੈਨ ਇਟਸ ਡਿਫਰੈਂਟ ਸਟੋਰੀ. ਬਟ ਜੇ ਤੁਹਾਡੇ ਕੋਲ ਹੈ ਹੀ ਇੱਕ ਸਾਈਟ ਆ, ਤੁਸੀਂ ਉਹਦੇ ਵਿੱਚ ਵੀ ਮੈਨੇਜਰ ਰੱਖ ਲਿਆ ਅਤੇ ਦੈਨ it's not worth it. The next one is, do we need to have a work experience before starting the business? ਕਿ ਸਾਨੂੰ ਸਾਨੂੰ ਐਕਸਪੀਰੀਅੰਸ ਦੀ ਲੋੜ ਆ ਐਜ਼ ਬਿਜ਼ਨਸ 'ਚ ਆਉਣ ਤੋਂ ਪਹਿਲਾਂ, ਮਤਲਬ ਇਹ ਬਿਜ਼ਨਸ ਖਰੀਦਣ ਤੋਂ ਪਹਿਲਾਂ ਸਾਨੂੰ ਐਕਸਪੀਰੀਅੰਸ ਹੋਣਾ ਜ਼ਰੂਰੀ ਹੈ. ਯੈਸ, ਡੈਫੀਨੇਟਲੀ ਯੈਸ. ਸੋ ਆਈ ਵੁੱਡ ਸੇ ਕਿ ਤੁਸੀਂ ਕੁਛ ਟਾਈਮ ਕਿਸੇ ਵੀ ਸਰਵਿਸ ਸਟੇਸ਼ਨਸ 'ਚ ਹਮੇਸ਼ਾ ਕਿਤੇ ਨਾ ਕਿਤੇ ਜੋਬਸ ਅਵੇਲੇਬਲ ਹੁੰਦੀਆਂ ਹੀ ਨੇ, ਸਪੈਸ਼ਲੀ ਇਸ ਟਾਈਮ 'ਤੇ ਜੇ ਤੁਸੀਂ ਇਹ ਓਪਰਚੁਨਿਟੀ ਅਵੇਲ ਕਰਨਾ ਚਾਹੁੰਦੇ ਹੋ, ਕਿਉਂਕਿ ਹਰ ਪਾਸੇ
ਸਟਾਫ ਦੀ ਬਹੁਤ ਸ਼ਾਰਟੇਜ ਆ। ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੋਣਾ ਕਿ ਲੋਕ ਪਿੱਛੋਂ ਕੋਈ ਵੀ ਨਹੀਂ ਆ ਰਿਹਾ। ਸੋ ਜਿਹੜੇ ਇੱਥੇ ਨੇ you can like ਇਸ ਟਾਈਮ ਤੁਹਾਡੇ ਕੋਲ ਓਪਰਚੁਨਿਟੀ ਹੈ ਕਿ ਤੁਸੀਂ ਜੇ ਚਾਹੁੰਦੇ ਹੋ ਜੋਬ ਅਪਲਾਈ ਕਰਨਾ ਇਸ ਇੰਡਸਟਰੀ ਦੇ ਵਿੱਚ ਤੇ ਤੁਸੀਂ ਕਰ ਸਕਦੇ ਹੋ। ਗੋ ਫॉर ਇਟ, ਆਮ ਸ਼ੋਰ ਤੁਹਾਨੂੰ ਜ਼ਰੂਰ ਜੋਬ ਮਿਲੇਗੀ। ਤੇ ਆਈ ਵੁੱਡ ਸੇ ਕਿ ਹੈਵ ਸਮ ਐਕਸਪੀਰੀਅੰਸ। ਸਾਲ 6 ਮਹੀਨੇ ਦਾ ਐਕਸਪੀਰੀਅੰਸ ਤੁਹਾਨੂੰ ਹੋਵੇ, ਇਟਸ ਮੋਰ ਦੈਨ ਇਨਫ ਆ। ਉਹ ਕਿਉਂਕਿ ਇਹਦੇ ਵਿੱਚ ਤੁਹਾਨੂੰ ਸੇਫਟੀ ਮੈਜਰਸ ਸਾਰੇ, ਕਿਸ ਤਰੀਕੇ ਕਸਟਮਰ ਸਰਵਿਸ, ਕਈ ਵਾਰੀ ਕਸਟਮਰ ਸਰਵਿਸ ਨਹੀਂ ਆਉਂਦੀ ਹੁੰਦੀ ਕਿਸੇ ਨੂੰ, ਤੇ ਉਹ ਵੀ ਤੁਸੀਂ ਲਰਨ ਕਰ ਸਕਦੇ ਹੋ ਕਿਉਂਕਿ ਕਸਟਮਰ ਸਰਵਿਸ ਇਜ਼ ਮਸਟ। ਫਿਰ ਜਿਹੜੀ ਸੇਫਟੀ ਮੈਜਰਸ ਆ ਕਿ ਇਨ ਕੇਸ ਆਫ ਐਮਰਜੈਂਸੀ ਤੁਹਾਨੂੰ ਕੀ ਕਰਨਾ ਪਏਗਾ। ਨੋ ਡਾਊਟ ਕਿ ਜੇ ਤੁਸੀਂ ਬਿਜ਼ਨਸ ਵੀ ਖਰੀਦਦੇ ਹੋ ਤੁਹਾਨੂੰ ਉਹ ਮਤਲਬ ਹਰ ਕੋਈ ਤੁਹਾਨੂੰ ਟ੍ਰੇਨਿੰਗ ਜ਼ਰੂਰ ਮਿਲੇਗੀ, ਨੋ ਡਾਊਟ ਤੁਹਾਨੂੰ ਮਿਲੇਗੀ। ਬਟ ਜੇ ਤੁਹਾਨੂੰ ਥੋੜ੍ਹਾ ਤੁਸੀਂ ਖੁਦ ਕੰਮ ਕੀਤਾ ਹੋਵੇ ਤੇ ਯੂ ਬੀ ਇਨ ਦੈਟ ਪੋਜੀਸ਼ਨ ਕਿ ਹਾਂ ਯੈਸ ਆਈ ਨੋ ਇਟ। ਈਵਨ ਕਿ ਜਿਹੜੀਆਂ ਕੰਪਨੀਜ਼ ਆ ਉਹ ਜਦੋਂ ਕਿਸੇ ਨੂੰ ਮਤਲਬ ਕਿਸੇ ਨੂੰ ਬਿਜ਼ਨਸ ਦਿੰਦੀਆਂ ਨੇ, ਜਿਵੇਂ ਮੰਨ ਲਓ ਕਿ ਕਮਿਸ਼ਨ ਏਜੰਟ ਹੋ ਗਏ ਜਾਂ ਫਰੈਂਚਾਈਜ਼ੀ, ਦੇ ਆਰ ਲੁਕਿੰਗ ਫॉर ਐਕਸਪੀਰੀਅੰਸਡ ਪਰਸਨ। ਉਹ ਐਕਸਪੀਰੀਅੰਸ ਪਰਸਨ ਹੀ ਲੱਭਦੀਆਂ ਨੇ। ਸੋ ਆਈ ਵੁੱਡ ਸੇ ਕਿ ਸਾਲ 6 ਮਹੀਨੇ ਪਲੀਜ਼ ਤੁਸੀਂ ਮਤਲਬ ਇਸ ਇੰਡਸਟਰੀ 'ਚ ਜੋਬ ਕਰ ਲਓ। ਤੁਹਾਨੂੰ ਉਹਦੇ ਨਾਲ ਇਹਦੀ ਕਾਫੀ ਨੌਲੇਜ ਹੋਏਗੀ। ਉਸ ਤੋਂ ਬਾਅਦ ਤੁਸੀਂ ਇਹਦੇ ਵਿੱਚ ਬਿਜ਼ਨਸ ਕਰ ਸਕਦੇ ਹੋ। ਇਹ ਮੇਰੀ ਸੁਜੈਸ਼ਨ ਆ। ਬਾਕੀ ਇਟਸ ਅਪ ਟੂ ਯੂ। ਆਮ ਜਸਟ ਮੈਂ ਸਿਰਫ ਆਨਸਰ ਕਰ ਰਹੀ ਹਾਂ ਤੁਹਾਡੇ ਕੁਐਸਚਨਸ ਦਾ। ਸੋ ਓਕੇ, ਨੈਕਸਟ ਕੀ ਸੀਗਾ, does the company helps in any loss like theft ਜਾਂ drive off ਜਾਂ wastages? ਕਿ ਕੰਪਨੀ ਜਿਹੜੀ ਆ ਉਹ ਤੁਹਾਡੀ ਹੈਲਪ ਕਰਦੀ ਆ ਕਿਸੇ ਵੀ ਲਾਸ ਨੂੰ ਕਵਰ ਕਰਨ ਵਾਸਤੇ, ਜਿਵੇਂ ਕਿ ਡਰਾਈਵ ਆਫ ਹੋ ਗਿਆ, ਜਿਹੜੇ ਕਿ ਫਿਊਲ ਭਰਵਾ ਕੇ ਕਈ ਨਹੀਂ ਪੈਸੇ ਦਿੰਦੇ ਜਾਂ ਬਾਰੋ ਬਾਰੀ ਫਿਊਲ ਭਰਾ ਕੇ ਚਲੇ ਜਾਂਦੇ ਨੇ, ਉਹਨੂੰ ਡਰਾਈਵ ਆਫ ਕਹਿੰਦੇ ਨੇ। ਉਹਦੇ ਵਾਸਤੇ ਜਾਂ ਕੋਈ ਕਿਸੇ ਹੋਰ ਲਾਸ, ਕੋਈ ਥੈਫਟ ਹੋ ਗਈ, ਕੋਈ ਚੀਜ਼ ਵਗੈਰਾ ਕੋਈ ਚੋਰੀ ਕਰਕੇ ਲੈ ਗਿਆ ਸ਼ੌਪ ਦੇ ਵਿੱਚੋਂ, ਕਾਫੀ ਚੀਜ਼ਾਂ ਕਾਮਨ ਨੇ। ਬਟ ਨੋ, ਦੇ ਆਰ ਨਾਟ ਗੋਨਾ ਹੈਲਪ ਯੂ। ਹਾਂ, ਜਿਹੜੇ ਕਈ ਜਿਹੜੀਆਂ ਕੰਪਨੀਜ਼ ਨੇ, ਕਈ ਬ੍ਰਾਂਡ ਨੇ ਜਿਹੜੇ ਉਹ ਡਰਾਈਵ ਆਫ ਦੇ ਵਿੱਚ ਹੈਲਪ ਕਰਦੀਆਂ, ਉਹ ਵੀ ਸਿਰਫ ਕਿ ਤੁਹਾਡਾ ਕਮਿਸ਼ਨ ਏਜੰਟ ਵਿੱਚ। ਅਦਰਵਾਈਜ਼ ਨੋ, ਕਈ ਕੰਪਨੀਜ਼ ਮੋਸਟਲੀ ਤੁਸੀਂ ਕਹਿ ਲਓ ਵੀ 80% ਕਿ 90% ਹੀ ਤੁਹਾਡੀ ਨਹੀਂ ਹੈਲਪ ਕਰਦੇ। ਸੋ ਜੋ ਵੀ ਇਹ ਲਾਸ ਆ ਉਹ ਤੁਸੀਂ ਖੁਦ ਹੀ ਉਹਨੂੰ ਮੈਨੇਜ ਕਰਨਾ, ਮਤਲਬ ਯੂ ਹੈਵ ਟੂ ਪੇ। ਜੇ ਕੋਈ ਫਿਲ ਕਰਾ ਕੇ ਚਲਾ ਗਿਆ, ਕੋਈ ਥੈਫਟ ਹੈ, ਇਟਸ ਗੋਨ ਆਊਟ ਆਫ ਯੋਰ ਪੋਕਟ ਦੈਟ ਮਨੀ। ਤੋ ਇਹ ਨਹੀਂ, ਬਟ ਸਟਿਲ ਤੁਸੀਂ ਇੰਨਾ ਕਮਾਉਂਦੇ ਹੋ ਇਸ ਬਿਜ਼ਨਸ 'ਚੋਂ ਕਿ ਯੂ ਕੈਨ ਬੇਅਰ ਦੀਜ਼ ਲਾਸਿਸ। ਮਤਲਬ ਤੁਸੀਂ ਇੰਨਾ ਕਮਾ ਰਹੋਗੇ ਕਿ ਤੁਸੀਂ ਵੇਜਿਸ ਕੱਢ ਲਓ, ਤੁਸੀਂ ਵੇਸਟੇਜ ਹੋ ਗਈ ਜਾਂ ਕੋਈ ਹੋਰ ਹੈ ਥੈਫਟ ਵਗੈਰਾ ਜਾਂ ਕੋਈ ਮਤਲਬ ਇਹ ਜਿਹੜੀਆਂ ਥੋੜ੍ਹੇ ਬਹੁਤ ਐਕਸਪੈਂਸਿਸ ਹੁੰਦੇ ਨੇ ਨਾਲ, ਇਹ ਤੁਸੀਂ ਕੱਢ ਸਕਦੇ ਹੋ ਇਸ ਬਿਜ਼ਨਸ ਦੇ ਥਰੂ। ਸੋ ਡੋਂਟ ਥਿੰਕ ਕਿ ਲੈ ਅਸੀਂ ਇਹ ਪੇ ਕਰਾਂਗੇ। ਨੋ, ਸਟਿਲ ਯੂ ਵਿਲ ਬੀ ਮੇਕਿੰਗ ਗੁੱਡ ਮਨੀ ਆਊਟ ਆਫ ਦਿਸ ਬਿਜ਼ਨਸ। ਓਕੇ, ਨੈਕਸਟ ਕੀ ਸੀਗਾ ਕਿ ਹਾਂ, ਕਾਫੀ ਜਾਣਿਆਂ ਨੇ ਮੇਰੇ ਪਰਸਨਲ ਕੰਟੈਕਟ ਨੰਬਰ ਮੰਗਿਆ ਅਤੇ ਕਈਆਂ ਨੇ ਕਿਹਾ ਕਿ ਮੈਂ ਮਿਲਾਂ ਵੀ ਉਹਨਾਂ ਨੂੰ, ਪਰਸਨਲੀ ਮਿਲਾਂ, ਕਿ ਤੁਸੀਂ ਹੋਰ ਇਨਫੋਰਮੇਸ਼ਨ ਲੈਣਾ ਚਾਹੁੰਦੇ ਹੋ। ਬਟ ਆਮ ਸੌਰੀ, ਮੈਂ ਆਪਣੀ ਪਰਸਨਲ ਕੰਟੈਕਟ ਨਹੀਂ ਦੇ ਸਕਦੀ। ਸੌਰੀ, ਨਾ ਮੈਂ ਤੁਹਾਨੂੰ ਮਿਲ ਸਕਦੀ ਹਾਂ ਬਿਕੋਜ਼ ਇਹ ਮੇਰਾ ਪ੍ਰੋਫੈਸ਼ਨ ਨਹੀਂ ਹੈਗਾ। ਹਾਂ, ਜੇ ਮੇਰਾ ਪ੍ਰੋਫੈਸ਼ਨ, ਜੇ ਮੈਂ ਐਜ਼ ਅ ਬਿਜ਼ਨਸ ਬ੍ਰੋਕਰ ਕੰਮ ਕਰਦੀ ਹੁੰਦੀ ਦੈਨ ਆਈ ਵੁੱਡ ਲਵ ਟੂ ਮੀਟ ਯੂ। ਆਈ ਵੁੱਡ ਲਵ ਟੂ। ਇੰਨਾ ਟਾਈਮ ਹੀ ਨਹੀਂ ਹੁੰਦਾ ਕਿ ਮੈਂ ਮਤਲਬ ਤੁਹਾਡੀਆਂ ਈਮੇਲਸ ਵੀ ਨਹੀਂ ਰਿਪਲਾਈ ਕਰ ਸਕੀ ਅਤੇ ਮੈਂ ਫਿਰ ਤੁਹਾਨੂੰ ਮਿਲ ਕਿੱਦਾਂ ਸਕੂੰ, ਤੁਹਾਨੂੰ ਕਾਲ ਕੰਟੈਕਟ ਕਿੱਦਾਂ ਕਰ ਸਕੂੰਗੀ। ਸੋ ਦਿਸ ਇਜ਼ ਇਹ ਸਿਰਫ ਮੇਰਾ ਸ਼ੌਂਕ ਆ, ਨਥਿੰਗ ਮੋਰ ਦੈਨ ਦੈਟ। ਸੋ ਪ੍ਰੋਫੈਸ਼ਨ ਨਹੀਂ ਆ। ਮੈਂ ਆਲਰੇਡੀ ਆਈ ਹੈਵ ਮਾਈ ਬਿਜ਼ਨਸ। ਸੋ ਮੈਂ ਉਹਦੇ 'ਤੇ ਓਬਵੀਅਸਲੀ ਵੈਨ ਯੂ ਹੈਵ ਅ ਬਿਜ਼ਨਸ ਤੁਹਾਡੀ ਕੰਸਨਟ੍ਰੇਸ਼ਨ ਉਹਦੇ 'ਤੇ ਜ਼ਿਆਦਾ ਹੁੰਦੀ ਹੈ। ਸੋ ਆਈ ਐਮ ਕੰਸਨਟ੍ਰੇਟਿੰਗ ਔਨ ਦੈਟ। ਸੋ ਆਮ ਸੌਰੀ, ਆਈ ਕਾਂਟ ਗਿਵ ਯੂ ਮਾਈ ਕੰਟੈਕਟ ਨੰਬਰ ਔਰ ਐਨੀਥਿੰਗ। Okay, so next ਕੀ ਹੈ, how can we contact all these companies ਜਿਨ੍ਹਾਂ ਦੇ ਥਰੂ ਅਸੀਂ ਇਹ ਬਿਜ਼ਨਸ ਲੈ ਸਕਦੇ ਹਾਂ। ਸੋ ਆਈ ਵੁੱਡ ਸੇ ਕਿ ਤੁਸੀਂ ਪਹਿਲਾਂ ਸਰਚ ਕਰੋ ਸਾਰੇ ਸਰਵਿਸ ਸਟੇਸ਼ਨਸ ਦਾ। ਤੁਸੀਂ ਗੂਗਲ 'ਤੇ ਜਾ ਕੇ ਸਰਚ ਕਰ ਸਕਦੇ ਹੋ ਕਿ ਤੁਹਾਡੇ ਵਿਕਟੋਰੀਆ ਜੇ ਤੁਸੀਂ ਰਹਿ ਰਹੇ ਹੋ ਉਹਦੇ 'ਚ ਤੁਸੀਂ ਦੇਖੋ ਕਿ ਕਿਹੜੀਆਂ ਕੰਪਨੀਜ਼ ਨੇ। ਫਸਟ ਆਫ ਆਲ ਤੁਹਾਨੂੰ ਕੰਪਨੀਜ਼ ਪਤਾ ਹੋਣੀਆਂ ਚਾਹੀਦੀਆਂ। ਉਸ ਤੋਂ ਬਾਅਦ ਤੁਸੀਂ ਦੇਖੋ ਕਿ
ਇਹ ਕੰਪਨੀਜ਼ ਜਿਹੜੀਆਂ ਨੇ ਇਹ ਦਿੰਦੀਆਂ ਨੇ ਅੱਗੇ ਫਰੈਂਚਾਈਜ਼ੀ ਦੇ ਰਹੀਆਂ ਨੇ, ਇਹ ਕਮਿਸ਼ਨ ਏਜੰਟ ਦੇ ਰਹੀਆਂ ਜਾਂ ਕਿਹੜਾ ਮਾਡਲ ਇਹ ਦਿੰਦੀਆਂ ਨੇ ਅੱਗੇ। ਸੋ ਵਾਂਸ ਯੂ ਨੋ ਵਿਚ ਕੰਪਨੀਜ਼ ਐਂਡ ਆਲ ਦੈਟ, ਤੁਸੀਂ ਸਟ੍ਰੇਟ ਅਵੇ ਉਹਨਾਂ ਦਾ ਕੰਟੈਕਟ ਨੰਬਰ ਉਹ ਤੋਂ ਗੂਗਲ ਤੋਂ ਲੈ ਕੇ ਤੁਸੀਂ ਉਹਨਾਂ ਨੂੰ ਕੰਟੈਕਟ ਕਰ ਸਕਦੇ ਹੋ ਅਤੇ ਦੇ ਵਿਲ ਟੈਲ ਯੂ, ਤੁਸੀਂ ਦੇ ਵਿਲ ਆਸਕ ਯੂ, ਤੁਸੀਂ ਆਪਣਾ ਰਿਜ਼ਿਊਮੇ ਭੇਜੋ, ਤੁਸੀਂ ਆਪਣੀ ਇਨਫੋਰਮੇਸ਼ਨ ਦਿਓ ਤਾਂ ਆਪਣਾ ਬਾਇਓਡਾਟਾ ਜੋ ਵੀ ਤੁਹਾਡੇ ਉਹ ਮੰਗਣਗੇ ਅਤੇ ਤੁਸੀਂ ਉਹਨਾਂ ਨੂੰ ਪ੍ਰੋਵਾਈਡ ਕਰਨਾ ਐਂਡ ਦੈਨ obviously ਤੁਸੀਂ you have to wait so with ਜਿਹੜੀ ਹੈ 7-Eleven ਉਹਨਾਂ ਦਾ ਬਹੁਤ ਜ਼ਬਰਦਸਤ ਉਹਨਾਂ ਦਾ ਫਰੈਂਚਾਈਜ਼ੀ ਦਾ ਮਾਡਲ ਆ, ਬਟ ਦੇ ਆਲਵੇਜ਼ ਲੁੱਕ ਫॉर very experienced person, ਕਿਉਂਕਿ ਉਹਨਾਂ ਦਾ ਇੰਟਰਵਿਊ ਜਿਹੜਾ ਕਾਫੀ ਟਫ ਹੁੰਦਾ ਹੈ। ਮੇਰੀ ਇੱਕ ਦੋ ਫਰੈਂਡਸ ਨੇ ਦਿੱਤਾ, ਉਹਨਾਂ ਦਾ ਅਨਫੋਰਚੂਨੇਟਲੀ ਉਹਨਾਂ ਦਾ ਨਹੀਂ ਕਲੀਅਰ ਹੋਇਆ। ਸੋ ਬੈਟਰ ਇਹੀ ਹੈ ਕਿ ਤੁਸੀਂ ਫਸਟ ਆਫ ਆਲ ਤੁਸੀਂ ਕਿਸੇ ਜਿਵੇਂ ਕਹਿ ਲਓ ਕਿ ਕਮਿਸ਼ਨ ਏਜੰਟ ਤੋਂ ਸਟਾਰਟ ਕਰੋ, ਉਹਨਾਂ ਤੁਹਾਨੂੰ ਐਕਸਪੀਰੀਅੰਸ ਹੋਏਗਾ, ਤੁਸੀਂ ਇਸ ਲੈਵਲ ਤੱਕ ਆ ਸਕਦੇ ਹੋ, ਤੁਹਾਨੂੰ ਨੌਲੇਜ ਹੋਏਗੀ, ਤੁਸੀਂ ਸਟਾਫ ਮੈਨੇਜਮੈਂਟ ਐਵਰੀਥਿੰਗ ਐਵਰੀ ਸਿੰਗਲ ਥਿੰਗ ਤੁਹਾਨੂੰ ਪਤਾ ਹੋਏਗੀ, ਬਿਜ਼ਨਸ ਦਾ ਐਵਰੀਥਿੰਗ ਤੁਹਾਨੂੰ ਪਤਾ ਹੋਏਗੀ, ਅਤੇ ਤੁਸੀਂ ਐਨੇ ਕੌਨਫੀਡੈਂਸ ਨਾਲ ਤੁਸੀਂ ਅੱਗੇ ਜਾ ਕੇ ਤੁਸੀਂ 7-Eleven ਦੇ ਨਾਲ ਤੁਸੀਂ ਉਹਨਾਂ ਦਾ ਇੰਟਰਵਿਊ ਕਲੀਅਰ ਵੀ ਕਰ ਸਕਦੇ ਹੋ। ਫਿਰ ਜਿਹੜੀ ਇੰਡੀਪੈਂਡੈਂਟ ਅਤੇ ਫਰੀ ਹੋਲਡ ਸਾਈਟ ਆ ਉਹਨਾਂ ਵਾਸਤੇ ਤੁਸੀਂ ਗੂਗਲ 'ਤੇ ਸਰਚ ਕਰ ਸਕਦੇ ਹੋ। ਕਾਫੀ ਬਿਜ਼ਨਸ ਬ੍ਰੋਕਰਸ ਹੁੰਦੇ ਨੇ ਜਿਨ੍ਹਾਂ ਕੋਲ ਇਹ ਬਿਜ਼ਨਸ ਹੁੰਦਾ ਫॉर ਸੇਲ ਹੁੰਦੇ ਆ, ਬਟ ਤੁਹਾਨੂੰ ਸਟਿਲ ਆਪਣਾ ਵਰਕਆਊਟ ਤੁਸੀਂ ਕਰਨਾ ਪੈਣਾ ਇਹਦੇ ਵਿੱਚ ਕਿ ਵਾਕਈ ਉਹ ਫਿਗਰਸ ਜੋ ਦੱਸ ਰਹੇ ਨੇ ਉਹ ਵਾਕਈ ਜੈਨੂਅਨ ਹੈ। ਮਤਲਬ ਇਹ ਤੁਹਾਨੂੰ ਥੋੜ੍ਹਾ ਮਤਲਬ ਖੁਦ ਆਪਣੀ ਜਿਹੜੀ ਇਨਵੈਸਟੀਗੇਸ਼ਨ ਹੈ ਇਹ ਤੁਹਾਨੂੰ ਕਰਨੀ ਪਏਗੀ। ਸੋ ਯਾ ਦੈਟਸ ਪ੍ਰੀਟੀ ਮਚ ਇਟ। ਇਹ ਮੈਨੂੰ ਸਾਰੇ ਕੁਐਸਚਨਸ ਆਏ ਸੀਗੇ, ਸੋ ਆਈ ਹੋਪ ਆਈ ਹੈਵ ਮੈਂ ਤੁਹਾਨੂੰ ਸਾਰਿਆਂ ਨੂੰ ਇਹ ਜਵਾਬ ਦਿੱਤੇ ਨੇ। ਆਈ ਹੋਪ ਕਿ ਤੁਹਾਡੀ ਜਿਹੜੀਆਂ ਕੁਐਰੀਜ਼ ਨੇ, ਜਿਹੜੇ ਕੁਐਸਚਨਸ ਨੇ, ਉਹਨਾਂ ਦੇ ਆਨਸਰ ਤੁਹਾਨੂੰ ਮਿਲ ਗਏ ਹੋਣਗੇ। ਅਗੇਨ ਸਟਿਲ ਜੇ ਤੁਹਾਨੂੰ ਕੋਈ ਵੀ ਕੁਐਰੀ ਹੈਗੀ ਆ, ਕੋਈ ਕੁਐਸਚਨ ਆ, ਕੋਈ ਕਨਫਿਊਜ਼ਨ ਹੈਗੀ ਆ ਸਟਿਲ, ਅਤੇ ਤੁਸੀਂ ਅਗੇਨ ਮੈਂ ਡਿਸਕ੍ਰਿਪਸ਼ਨ ਬਾਕਸ 'ਚ ਆਪਣੀ ਫੇਰ ਈਮੇਲ ਲਿਖ ਦੂੰਗੀ, ਤੁਸੀਂ ਪਲੀਜ਼ ਉਹਦੇ 'ਚੋਂ ਫਿਰ ਦੇਖ ਲੈਣਾ ਐਂਡ ਯੂ ਕੈਨ ਅਗੇਨ ਰੀਚ ਆਊਟ ਟੂ ਮੀ। ਬਟ ਆਮ ਸੌਰੀ ਜੇ ਮੈਂ ਥੋੜ੍ਹਾ ਜਿਹਾ ਡਿਲੇ ਕਰਕੇ ਤੁਹਾਨੂੰ ਥੋੜ੍ਹਾ ਲੇਟ ਤੁਹਾਨੂੰ ਰਿਪਲਾਈ ਕੀਤਾ, ਅਤੇ ਉਹਦੇ ਲਈ ਆਮ ਸੌਰੀ। And yes, that's all for today's video. Yeah, so don't forget to like and subscribe my channel for all these videos. Thank you so much, and I will see you in the next one. Thank you.